नहीं बोलना जी। चाहिए तो ਤੁਸੀਂ ਵੇਖ ਰਹੇ ਹੋ NNR ਨਿਊਜ਼ ਪੰਜਾਬ। ਸੀਡੀਆ ਜਨਰਲ ਵਿਪਨ ਰਾਵਤ ਨਾਲ ਤਾਮਿਲਨਾਡੂ ਵਿੱਚ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦੁੱਧੇ ਸੋਢੀਆਂ ਦੇ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇ ਉਸ ਦੇ ਪਿੰਡ ਗ੍ਰਹਿ ਵਿਖੇ ਪੁੱਜੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ। ਡੀਸੀ ਤਰਨਤਾਰਨ ਕੁਲਵੰਤ ਸਿੰਘ, ਪੁਲਿਸ ਦੇ ਉੱਚ ਅਧਿਕਾਰੀ ਅਤੇ ਭਾਰਤੀ ਫੌਜ ਦੇ ਉੱਚ ਅਧਿਕਾਰੀ ਇਸ ਮੌਕੇ ਤੇ ਪੁੱਜੇ। ਹਲਕਾ ਖੇਮਕਰ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਸ਼ਹੀਦ ਗੁਰਸੇਵਕ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਰਸੇਵਕ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਅਤੇ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਹਨਾਂ ਕਿਹਾ ਕਿ ਸ਼ਹੀਦ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਜਲਦ ਹੀ ਬਣਦਾ ਮੁਆਵਜ਼ਾ ਅਤੇ ਹੋਰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਆਓ ਵੇਖਦੇ ਹਾਂ ਤਰਨਤਾਰਨ ਤੋਂ ਗੁਰਪ੍ਰੀਤ ਗੋਲਾ ਦੀ ਇਹ ਰਿਪੋਰਟ। बखूबी ड्यूटी निभाई और ड्यूटी निभाउंदिਆਂ ਹੋਇਆਂ ਹੀ ਆਪਣੇ ਫਰਜ਼ ਦੀ ਅਦਾਇਗੀ ਕਰਦਿਆਂ ਹੋਇਆਂ ਹੀ ਆਪ ਦੇ ਜਰਨੈਲ ਦੇ ਨਾਲ ਹੀ ਸ਼ਹੀਦੀ ਪ੍ਰਾਪਤ ਕਰ ਗਿਆ। ਔਰ ਜਿਹੜੀ ਉਹਨਾਂ ਰਿਟਾਇਰਮੈਂਟ ਇਕੱਠਿਆਂ ਲੈਣ ਦੀ ਗੱਲ ਕੀਤੀ ਸੀ ਉਹ ਤਾਂ ਕਿਸਮਤ 'ਚ ਲਿਖੀ ਨਹੀਂ ਸੀ। ਦੁਨੀਆ ਤੋਂ ਜ਼ਰੂਰ ਕੋਈ ਇਕੱਠੇ ਰੁਖਸਤ ਹੋ ਗਏ ਔਰ ਅੱਜ ਸਮੁੱਚਾ ਇਲਾਕਾ ਔਰ ਸਮੁੱਚਾ ਦੇਸ਼ ਜਿਹੜਾ ਆ ਰਾਵਤ ਸਾਹਿਬ ਤੇ ਹੋਰ ਫੌਜ ਦੇ ਅਧਿਕਾਰੀਆਂ ਤੇ ਇਹਨਾਂ ਨੌਜਵਾਨਾਂ ਦੀ ਘਾਟ ਨੂੰ ਮਹਿਸੂਸ ਕਰ ਰਿਹਾ ਹੈ। ਉਹਨਾਂ ਦੇ ਸ਼ਹੀਦੀ ਦੇ ਉੱਤੇ ਜਿਹੜਾ ਜੋ ਕੁਛ ਵੀ ਭਾਣਾ ਵਾਪਰਿਆ ਹੈ ਉਹਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਕਿਸ ਤਰ੍ਹਾਂ ਦਾ ਜੀ ਬੜੇ ਦੁਖਦਾਈ ਹਾਦਸੇ ਦੇ ਵਿੱਚ ਗੁਰਸੇਵਕ ਸਿੰਘ ਸ਼ਹੀਦ ਹੋਏ ਨੇ। ਜਿਵੇਂ ਪਹਿਲਾਂ ਪੁੱਛਿਆ ਜਾ ਰਿਹਾ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਕੀ ਮਿਲੇਗਾ, ਆਰਮੀ ਵੱਲੋਂ ਉਹ ਬੈਟਲ ਕੈਜੁਅਲਟੀ ਹੈ ਜਾਂ ਨਹੀਂ ਇਹ ਡਿਕਲੇਅਰ ਕੀਤਾ ਜਾਂਦਾ। ਇਹਨੂੰ ਕੁਝ ਦਿਨ ਲੱਗ ਜਾਂਦੇ ਨੇ। ਜੇ ਬੈਟਲ ਕੈਜੁਅਲਟੀ ਹੋਵੇ ਤਾਂ 35 ਲੱਖ ਦਾ ਐਕਸ ਗ੍ਰੇਸ਼ੀਆ, 10 ਲੱਖ ਦੀ ਪੇਰੈਂਟਸ ਨੂੰ ਅਸਿਸਟੈਂਸ, 5 ਲੱਖ ਪਲਾਟ ਦੇ ਬਦਲੇ, ਇਹ 50 ਲੱਖ ਦਿੱਤਾ ਜਾਂਦਾ। ਇਹਦੇ ਨਾਲ ਹੀ ਯੋਗਤਾ ਦੇ ਅਨੁਸਾਰ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਂਦੀ। ਸਰ ਕੋਈ ਵੈਸੇ ਜਿਸ ਤਰ੍ਹਾਂ ਜੋਬ ਵਾਸਤੇ ਕਿਸ ਤਰ੍ਹਾਂ ਅਪਲਾਈ ਕੀਤਾ ਗਿਆ ਫੌਜ ਆਈ ਸੀ, ਇਹਨਾਂ ਵੱਲੋਂ ਕਿਹਨੂੰ ਡਿਮਾਂਡ ਕੀਤੀ ਸੀ, ਕੀ ਕੀਤੀ ਗਈ? ਨਹੀਂ ਅਜੇ ਤਾਂ ਨਹੀਂ। ਦੇਖੋ ਆਪਾਂ ਅਜੇ ਤਾਂ ਸੰਸਕਾਰ ਤੇ ਹੀ ਖੜੇ ਹਾਂ। ਬਹੁਤ ਵੱਡੇ ਦੁੱਖ ਦੀ ਘੜੀ ਹੈ ਪਰਿਵਾਰ ਲਈ ਤੇ ਪਰਿਵਾਰ ਵੀ ਗਰੀਬ ਹੈ। ਅਜੇ ਕਿਸੇ ਨੇ ਇਹ ਸੋਚਿਆ ਨਹੀਂ ਹੋਣਾ ਕਿ ਇਹਦੇ ਲਈ ਕੀ ਅਪਲਾਈ ਕਰਨਾ ਹੈ। ਬਟ ਇਹਦੇ ਨਾਲ ਹੁਣ ਇਸ ਤੋਂ ਬਾਅਦ ਜਿਵੇਂ ਸੰਸਕਾਰ ਹੋ ਗਿਆ ਫਿਰ ਇਹ ਸਾਰੀਆਂ ਗੱਲਾਂ ਆਉਣਗੀਆਂ, ਉਹ ਅਸੀਂ ਰੂਲ ਮੁਤਾਬਕ ਕਰਾਂਗੇ ਜੋ ਵੀ। ਸਰ ਜਿਸ ਤਰ੍ਹਾਂ ਪਰਿਵਾਰ ਦੀ ਮੰਗ ਹੈ ਵੀ ਸਟੇਡੀਅਮ ਦਾ ਨਾਂ ਤੇ ਸਕੂਲ ਦਾ ਨਾਂ ਗੁਰਸੇਵਕ ਸਿੰਘ ਦੇ ਨਾਂ ਤੇ ਰੱਖਿਆ ਜਾਵੇ, ਇਹ ਰੱਖਿਆ ਜਾ ਸਕਦਾ ਹੈ, ਰੱਖ ਦਿਆਂਗੇ। ਤੁਹਾਡੇ ਵਾਸਤੇ ਵੱਲੋਂ ਕੀ ਕੀਤਾ ਜਾਵੇ? मैं रविंदर विक्की, जनशक्ति शहीद सैनिक परिवार सुरक्षा परिषद एक ऐसी संस्था जो पिछले 25 सालों से ऐसे शहीद परिवारों के अधिकारों की लड़ाई लड़ रही है। जब भी तिरंगे में लिपटा हुआ पार्थिव देह किसी सैनिक की पहुंचती है उस दिन लोग आते हैं, जानती अरदास वाले दिन आते हैं। उसके बाद परिवार जो अकेला रह जाता है, इस संस्था ने उन्हें संभाला है। नायक गुरसेवक सिंह जो एक बहादुरी का दूसरा नाम था और 9 पैरास का वो ऐसा स्पेशल कमांडो जिनकी वीरता, जिनके शौर्य, जिनके दमे साहस को देखते हुए उन्हें हमारे CDS का जो है PSO लगाया गया। क्योंकि चीफ ऑफ द डिफेंस स्टाफ का PSO लगने के लिए आदमी वेल शूटर होना चाहिए, डिसिप्लिन होना चाहिए और अपनी ड्यूटी के प्रति पूरा लॉयल होना चाहिए। और ऐसा ही काम कर दिखाया नायक अपने गुरसेवक ने। गरीब परिवार का ये बच्चा जे गाँव दोदा, जिसे शायद ही इसकी शहादत से पहले कोई 1 किलोमीटर के परे को जानता हो, लेकिन आज इस रण भांकरे ने अपना बलिदान देकर इस इलाके का नाम जो राष्ट्रपति भवन तक पहुंचा गया है। आज परिवार दुख है, लेकिन मैं सरकार से अपील करता हूं कि जिन शहीदों ने जिन शहीद परिवारों ने अपने घरों के चिराग अपने देश की बलि वेदी पर कुर्बान कर दिए, उनके बाद उन परिवारों को क्या होगा ये सरकारों को सोचना होगा, देखना होगा। कहीं ऐसा ना हो कि इनकी शहादत को बिसार दिया जाए और इन परिवारों का मनोबल टूट जाए और भविष्य में फिर कोई माँ जो है अपने बेटे को सेना में भेजने से पहले कई बार सोचेगी, जिसका सीधा असर जो है
देश की सीमा पर पड़ेगा। मैं पंजाब सरकार से बेनती करता हूँ, पूरे इलाके की मांग है, गांव की मांग है, क्षेत्र की मांग है कि लांस नायक गुरसेवक की याद में या उनका अंतिम संस्कार किया गया है। सरकार उनकी याद में स्टेडियम बनाए, उस अमर योद्धा की याद में गांव में एक यादगार गेट बने, ताकि देश की भावी पीढ़ी उसकी शूरवीरता से प्रेरणा ले सके और गांव के सरकारी स्कूल का नाम जो है वो शहीद के नाम पे रखा जाए। मैं समझता हूँ यही उस शहीद को सच्ची श्रद्धांजलि हो गई। धन्यवाद। जय हिंद, जय भारत। ਗੁਰਸੇਵਕ ਸਿੰਘ ਦੀ ਸ਼ਹਾਦਤ ਹੋਈ ਹੈ ਪੂਰੇ ਦੇਸ਼ ਦੇ ਵਿੱਚ, ਇੱਕ ਕਿਤੇ ਨਾ ਕਿਤੇ ਭਾਵੁਕ ਹੋਇਆ ਪੂਰਾ ਦੇਸ਼। ਅੱਜ ਕੀ ਕਹਿਣਾ ਚਾਹੁੰਦੇ ਹੋ? ਕਰਨਾ ਇਹੋ ਚਾਹੁੰਦੇ ਆ ਸਾਡੇ ਨਗਰ ਦਾ ਸਟੇਡੀਅਮ ਸਕੂਲ ਦੀ ਸੁਧਾਰਨ ਹੋ ਜੇ ਤੇ ਦੂਰਾ ਗੇਟ ਬਣ ਜੇ ਇੱਕ ਪਾਸੇ। ਅੱਜ ਜਿਹੜੇ ਸੈਨਾ ਦੇ ਕਈ ਅਧਿਕਾਰੀ ਇੱਥੇ ਆਏ ਸੀ, ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਸ਼ਹੀਦ ਜਿਹੜੇ ਗੁਰਸੇਵਕ ਸਿੰਘ ਸ਼ਹੀਦ ਜ਼ਰੂਰ ਹੋਏ ਨੇ, ਲੇਕਿਨ ਨੌਜਵਾਨਾਂ ਵਾਸਤੇ ਮਿਸਾਲ ਬਣ ਗਏ ਨੇ? ਬਣ ਗਏ ਮਿਸਾਲ। ਨਾਮ ਰੋਸ਼ਨ ਦੀ ਗੱਲ ਕਰ, ਮੈਂ ਇਕੱਲਾ ਨਹੀਂ ਰੋਂਦਾ, ਉਹ ਜਿਹੜੇ ਉਹਦੇ ਸਾਥੀ ਨੇ ਉਹ ਮੇਰੇ ਨਾਲ ਜ਼ਿਆਦਾ ਰੋਂਦੇ ਆ, ਤੇ ਜਿਹੜੇ ਤੁਰ ਗਏ ਆ ਉਹ ਮੇਰੇ ਨਾਲ ਜ਼ਿਆਦਾ ਰੋਂਦੇ ਆ। ਮੈਂ ਵੀ ਉਹਨਾਂ ਦਾ ਅਫਸੋਸ ਕਰਦਾ ਵੀ ਉਹ ਵਿਚਾਰੇ ਜਿਸ ਤਰ੍ਹਾਂ ਮੈਂ ਕਲਪਦਾ ਉਸ ਤਰ੍ਹਾਂ ਉਹ ਵੀ ਕਲਪਦਾ ਹੈ ਵਿਚਾਰੇ, ਉਹ ਕਦੇ ਠੰਡਾ ਨਹੀਂ ਕੱਢਦਾ ਉਹਨਾਂ ਨੂੰ। ਗੁਰਸੇਵਕ ਸਿੰਘ ਦਾ ਜਿਹੜਾ ਬੇਟਾ ਆ ਕਿੰਨੇ ਸਾਲ ਦਾ ਆ, ਉਹਨੂੰ ਅੱਜ ਤੇ ਕਿੰਨੇ ਬੱਚੇ ਨੇ? ਆਰਮੀ ਦੀ ਅੱਜ ਵਰਦੀ ਪਵਾਈ ਗਈ ਸੀ। ਉਹਨੇ ਪਾਈ, ਉਹਨੇ ਵਰਦੀ ਆਪ ਪਾ ਕੇ ਗਿਆ, ਉਹਨੇ ਨਹੀਂ ਪਾਈ, ਉਹ ਜੇ ਆਰਮੀ ਉਹਨੇ ਲੈ ਕੇ ਆਪ ਪਾ ਕੇ। ਉਹ ਮੰਨਦਾ ਪਾਪਾ ਡੈਡੀ ਮੈਨੂੰ ਵਰਦੀ ਲੈ ਕੇ ਦੇ, ਜਿਹੜੀ ਜਿਹੋ ਜੀ ਤੁਸੀਂ ਫੌਜ ਪਾਉਂਦੇ ਜੇ ਉਹ ਵਰਦੀ ਲੈ ਕੇ ਦੇ। ਇੱਕ ਉਹਨੇ ਇਹਨੂੰ ਲਿਆ ਕੇ ਆਪਦੇ ਬੇਟੇ ਨੂੰ ਲਿਆ ਕੇ ਦਿੱਤੀ ਆ, ਇੱਕ ਆਪਦੇ ਭਤੀਜੇ ਨੂੰ ਲਿਆ ਕੇ ਦਿੱਤੀ ਆ, 2 ਵਰਦੀਆਂ ਲਿਆ, ਪਤਾ ਨਹੀਂ ਅੰਮ੍ਰਿਤਸਰੋਂ ਲਿਆ ਕਿ ਉੱਥੋਂ। ਗੁਰਸੇਵਕ ਦੇ ਕਿੰਨੇ ਬੱਚੇ ਨੇ ਗੁਰਸੇਵਕ ਦੇ, ਤੇ ਅੱਗੇ ਸਰਕਾਰ ਨੇ ਕੋਈ ਆਸ਼ਵਾਸਨ ਦਿੱਤਾ ਕਿ ਬੱਚਿਆਂ ਵਾਸਤੇ ਕੁਝ ਕੀਤਾ ਜਾਏਗਾ, ਪਰਿਵਾਰ ਵਾਸਤੇ ਕੁਝ ਦਿੱਤਾ ਹੁਣ ਸੱਜੇ ਕਰਨਗੇ, ਨਹੀਂ ਕੁਝ ਕਹਿ ਕੇ ਗਏਗਾ ਤੁਹਾਨੂੰ ਕੋਈ? ਵਿਚਾਰਿਆਂ ਤੋਂ ਉਹਨਾਂ ਉਹ ਸੋਚਦਾ ਹੀ ਆ ਜੇ ਮੈਂ ਇਹਨਾਂ ਕਰ ਲਾਉਣ ਡਿਆ ਤਾਂ ਉਹ ਮੇਰੀ ਨਾ ਸੁਣ ਕੇ ਵਿਚਾਰੇ। ਕਿੰਨੇ ਧੀਆਂ ਕਿੰਨੀਆਂ ਨੇ ਗੁਰਸੇਵਕ? 2 ਕੁੜੀਆਂ ਨੇ ਤੇ 1 ਲੜਕਾ ਹੈ। ਠੀਕ, ਤੁਹਾਡੇ ਨਾਲ ਹੀ ਰਹਿੰਦਾ ਗੁਰਸੇਵਕ? ਹਾਂ ਜੀ, ਮੈਂ ਵੀ ਨਾਲ ਰਹਿਣਾ, ਮੇਰਾ ਇੱਕ ਛੋਟਾ ਬੱਚਾ ਹੈ। ਕਈ ਦਿਨ ਇੰਤਜ਼ਾਰ ਕਰਨਾ ਪਿਆ ਉਹਨਾਂ ਦੇ ਪਾਰਥਿਵ ਸਰੀਰ ਆਉਣ ਵਾਸਤੇ। ਹਾਂਜੀ ਹਾਂਜੀ, ਅੱਜ ਪਾਰਥਿਵ ਸਰੀਰ ਪਹੁੰਚਿਆ ਤੇ ਕੀ ਕਾਰਨ ਕੀ ਰਿਹਾ ਇੰਨੇ ਦਿਨ? ਕਿਉਂ, ਕੀ ਉਹਨਾਂ ਦੱਸਿਆ ਤੁਹਾਨੂੰ ਕਾਰਨ ਕੀ ਇਹਨਾਂ ਦੱਸਿਆ ਕੋਈ ਨਹੀਂ ਹੈ ਵੀ ਕਿਉਂ ਇੰਨੀ ਲੇਟ ਆਇਆ ਸੀ? ਹਾਂ ਜੀ, ਅਸੀਂ ਮੁੜ ਕੇ ਕਰਲਾਉਂਦੇ ਨੇ ਫਿਰ। ਲਾਸਟ ਟਾਈਮ ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ? ਚਲਾ ਜਾ। ਉਹ ਪਹਿਲਾਂ ਹੋਈ ਹੈ ਇੱਕ ਦਿਨ, ਉਦੋਂ ਨਹੀਂ ਹੋਈ, ਜਿੱਦਣ ਗਿਆ ਉਦੋਂ ਕੋਈ ਗੱਲ ਨਹੀਂ ਹੋਈ। ਹਾਂ ਉਹਨਾਂ